ਸਰ 10-11 ਸਾਲ ਪਹਿਲਾਂ ਮੈਂ ਸੋਚਿਆ ਕਿ ਕੁਝ ਦੇਸ਼ ਲਈ ਕਰਨਾ ਚਾਹੀਦਾ। ਪਰਾਲੀ ਦਾ ਮੁੱਦਾ ਬਣ ਗਿਆ ਵੀ ਇਹ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਸਤੇ ਕੋਈ ਯੰਤਰ ਨਹੀਂ ਹੈ ਤੇ ਅੱਗ ਲਗਾਉਣੀ ਪੈਂਦੀ ਆ। ਇਹ ਚੀਜ਼ ਨੂੰ ਲੈ ਕੇ ਇੱਕ ਇਨਵੈਂਸ਼ਨ ਸ਼ੁਰੂ ਕੀਤੀ ਵੀ ਇਸ ਤਰ੍ਹਾਂ ਦੀ ਮਸ਼ੀਨ ਤਿਆਰ ਕਰ ਲਈਏ। ਇਸ ਤਰ੍ਹਾਂ ਕਰਦਿਆਂ ਅਸੀਂ ਮਤਲਬ 7 ਸਾਲ ਦੇ ਵਿੱਚ 7 ਮਸ਼ੀਨਾਂ ਬਣਾਈਆਂ ਜੀ ਦੀ ਪਾਸ ਕਰਾਉਣ ਵਾਸਤੇ ਤੇ ਸਰ ਅਫਸਰਾਂ ਦੇ ਤਰਫ ਗੇੜੇ ਮਾਰ ਰਹੇ ਆ ਜੀ। ਲੁਧਿਆਣੇ PAU ਵੀ ਗੇੜੇ ਮਾਰੇ ਨੇ, ਉੱਥੇ ਮਿਲੇ ਵੀ ਆ ਮਸ਼ੀਨਰੀ ਵਿਭਾਗ, ਉਹਨਾਂ ਨੇ ਵੀ ਸਾਨੂੰ ਲਾਰੇ ਲਾਤੇ ਨੇ ਜੀ। ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਦਾ ਮੁੱਦਾ ਹਰ ਸਾਲ ਹੀ ਵੱਡਾ ਬਣ ਜਾਂਦਾ ਹੈ। ਦਿੱਲੀ ਵਾਲੇ ਕਹਿੰਦੇ ਨੇ ਕਿ 에ਅਰ ਕੁਆਲਿਟੀ ਇੰਡੈਕਸ ਉਹਨਾਂ ਦਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਰਾਲੀ ਸਾੜ ਕੇ ਮਾੜਾ ਕਰ ਦਿੱਤਾ। ਸਰਕਾਰਾਂ ਵੀ ਮੁੱਦਾ ਚੁੱਕਦੀਆਂ ਨੇ ਪਰ ਹੱਲ ਕੋਈ ਨਹੀਂ ਦਿੰਦਾ। ਇਸ ਕਰਕੇ ਦਿਨ ਬ ਦਿਨ ਕਿਸਾਨਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ। ਪਰਾਲੀ ਨੂੰ ਮਜਬੂਰਨ ਵੱਸ ਹੋ ਕੇ ਅੱਗ ਲਾਉਣੀ ਪੈਂਦੀ ਹੈ। ਪਰ ਜੇਕਰ ਕੋਈ ਇਸ ਦਾ ਹੱਲ ਕਰ ਦੇਵੇ ਤਾਂ ਸਰਕਾਰਾਂ ਕਿਸ ਪੱਧਰ ਤੇ ਉਸ ਇਨਸਾਨ ਦੀ ਸੁਣਦੀਆਂ ਨੇ, ਉਹਦੀ ਕਿਸ ਪੱਧਰ ਦੇ ਉੱਪਰ ਉਹਦੀ ਪੁੱਛ ਪੜਤਾਲ ਹੁੰਦੀ ਹੈ, ਇਸ ਦੀ ਤਾਜ਼ਾ ਮਿਸਾਲਾਂ ਤੁਹਾਨੂੰ ਦਿਖਾਵਾਂਗੇ। ਅਸੀਂ ਅੱਜ ਪਹੁੰਚੇ ਹੋਏ ਹਾਂ ਕਪੂਰਥਲਾ ਜ਼ਿਲ੍ਹੇ ਦਾ ਪਿੰਡ ਹੈ ਉੱਚਾ ਬੋੜ, ਜਿੱਥੋਂ ਦਾ ਇੱਕ ਕਿਸਾਨ ਹੈ ਤਲਵਿੰਦਰ ਸਿੰਘ, ਜਿਸ ਨੇ ਕਈ ਸਾਲਾਂ ਦੀ ਮਿਹਨਤ ਦੇ ਬਾਅਦ ਪਰਾਲੀ ਨੂੰ ਸਾਂਭ ਸੰਭਾਲ ਕਰਨ ਦੇ ਲਈ ਇੱਕ ਵਧੀਆ ਮਸ਼ੀਨ ਤਿਆਰ ਕੀਤੀ ਹੈ ਔਰ ਅੱਜ ਸਰਕਾਰ ਤੋਂ ਗੁਹਾਰ ਲਗਾ ਰਿਹਾ ਕਿ ਉਸ ਦੀ ਬਾਂਹ ਫੜੀ ਜਾਵੇ, ਕਿਉਂਕਿ ਕਈ ਸਾਲਾਂ ਦੀ ਜਮ੍ਹਾਂ ਪੂੰਜੀ ਉਸਨੇ ਆਪਣੀ ਇਸ ਜੋ ਉਸਨੇ ਮਸ਼ੀਨ ਤਿਆਰ ਕੀਤੀ ਹੈ, ਇਸ ਦੇ ਉੱਪਰ ਜੋ ਐਕਸਪੈਰੀਮੈਂਟ ਕੀਤੇ ਨੇ, ਲੱਖਾਂ ਰੁਪਏ ਖਰਚ ਕੀਤੇ ਨੇ, ਤੇ ਅੱਜ ਉਹ ਇਨਸਾਨ ਜਿਹੜਾ ਹੈ, ਉਹ ਕਿਸਾਨ ਜਿਸ ਨੇ ਇੰਨੀ ਮਿਹਨਤ ਕੀਤੀ ਪਰ ਸਰਕਾਰ ਤੋਂ ਗੁਹਾਰ ਲਗਾਉਣ ਲਈ ਮਜਬੂਰ ਹੋਇਆ ਹੈ। ਕਿਉਂ ਮਜਬੂਰ ਹੋਇਆ ਹੈ? ਔਰ ਕਿਸਾਨਾਂ ਦੇ ਲਈ ਇਹ ਬਹੁਤ ਵੱਡੀ ਇੰਟਰਵਿਊ ਹੋਣ ਵਾਲੀ ਹੈ, ਕਿਉਂਕਿ ਉਸਨੇ ਕਿਸਾਨਾਂ ਦੇ ਲਈ, ਪੰਜਾਬ ਤੇ ਹਰਿਆਣਾ ਦੇ ਖਾਸ ਕਰਕੇ ਕਿਸਾਨਾਂ ਦੇ ਲਈ ਪਰਾਲੀ ਨੂੰ ਸਾਂਭਣ ਦੇ ਲਈ ਇੱਕ ਵੱਡੀ ਮਸ਼ੀਨ ਤਿਆਰ ਕੀਤੀ ਹੈ। ਗੱਲਬਾਤ ਕਰਦੇ ਹਾਂ, ਮੇਰੇ ਨਾਲ ਕਿਸਾਨ ਵੀਰ ਮੌਜੂਦ ਨੇ, ਤਲਵਿੰਦਰ ਸਿੰਘ ਜੀ। ਭਾਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਦੈਨਿਕ ਸਵੇਰਾ ਚੈਨਲ ਔਰ ਟੀਮ ਦਾ ਇੱਥੇ ਆਉਣ ਤੇ ਬਹੁਤ ਬਹੁਤ ਜੀ ਆਇਆਂ ਜੀ, ਬਹੁਤ ਬਹੁਤ ਧੰਨਵਾਦ ਜੀ। ਤਲਵਿੰਦਰ ਭਾਜੀ, ਬਹੁਤ ਵੱਡਾ ਮੁੱਦਾ ਬਣ ਜਾਂਦਾ ਹੈ ਜਦੋਂ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਦਾ ਮੁੱਦਾ। ਸਰਕਾਰਾਂ ਅਪੀਲ ਵੀ ਕਰਦੀਆਂ ਰਹਿੰਦੀਆਂ ਨੇ, ਬਹੁਤ ਲੱਖਾਂ ਕਰੋੜਾਂ ਰੁਪਈਏ ਦੇ ਐਡਵਰਟਾਈਜ਼ਮੈਂਟ ਵੀ ਦਿੰਦੇ ਨੇ ਕਿ ਪਰਾਲੀ ਜਿਹੜੀ ਹੈ ਨਾ ਸਾੜੀ ਜਾਵੇ, ਪਰ ਕਿਸਾਨ ਕੋਲ ਹੱਲ ਕੋਈ ਨਹੀਂ ਹੈ, ਪਰਾਲੀ ਸਾੜਨ ਦੇ ਲਈ ਮਜਬੂਰ ਹੋਣਾ ਪੈਂਦਾ ਹੈ। ਤੁਸੀਂ ਮਸ਼ੀਨ ਤਿਆਰ ਕੀਤੀ ਹੈ, ਸਭ ਤੋਂ ਪਹਿਲਾਂ ਮਸ਼ੀਨ ਜਿਹੜੀ ਤਿਆਰ ਕੀਤੀ ਇਹਦੇ ਬਾਰੇ ਸਾਨੂੰ ਦਰਸ਼ਕਾਂ ਨੂੰ ਜਾਣਕਾਰੀ ਦਿਓ। ਸਰ 10-11 ਸਾਲ ਪਹਿਲਾਂ ਮੈਂ ਸੋਚਿਆ ਕਿ ਕੁਝ ਦੇਸ਼ ਲਈ ਕਰਨਾ ਚਾਹੀਦਾ ਜੀ। ਤਾਂ ਇੱਕ ਪਰਾਲੀ ਦਾ ਮੁੱਦਾ ਬਣ ਗਿਆ ਵੀ ਇਹ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਸਤੇ ਕੋਈ ਯੰਤਰ ਨਹੀਂ ਹੈ ਜੀ, ਤੇ ਅੱਗ ਲਗਾਉਣੀ ਪੈਂਦੀ ਆ, ਪੋਲਿਊਸ਼ਨ ਹੋ ਜਾਂਦਾ, ਵਾਤਾਵਰਨ ਖਰਾਬ ਹੋ ਜਾਂਦਾ, ਬਿਮਾਰੀਆਂ ਵੱਧ ਜਾਂਦੀਆਂ ਨੇ ਜੀ। ਤਾਂ ਮੈਂ ਸੋਚਿਆ ਚਲੋ ਇਹੀ ਇੱਕ ਆਪਾਂ ਮੁੱਦਾ ਲੈ ਕੇ ਤੇ ਕੰਮ ਕਰ ਦਿੰਦੇ ਆ ਜੀ। ਦੇਸ਼ ਵਾਸਤੇ, ਜਨਤਾ ਵਾਸਤੇ, ਦੇਸ਼ ਵਾਸਤੇ ਕੁਛ ਨਾ ਕੁਛ ਕਰਨਾ ਵੀ ਚਾਹੀਦਾ, ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ। ਬਿਲਕੁਲ। ਤਾਂ ਮੈਂ ਇਹ ਚੀਜ਼ ਨੂੰ ਲੈ ਕੇ ਇੱਕ ਇਨਵੈਂਸ਼ਨ ਸ਼ੁਰੂ ਕੀਤੀ ਵੀ ਇਸ ਤਰ੍ਹਾਂ ਦੀ ਮਸ਼ੀਨ ਤਿਆਰ ਕਰ ਲਈਏ, ਕਿਉਂਕਿ ਟੈਕਨੀਕਲ ਕੰਮ ਮੈਂ ਹਰ ਤਰ੍ਹਾਂ ਦਾ ਕਰ ਲੈਂਦਾ ਜੀ। ਕੋਈ ਕਿਸੇ ਦੀ ਡਿਮਾਂਡ ਹੋਵੇ, ਕੋਈ ਕਿਸੇ ਦਾ ਆਈਡੀਆ ਦੇ ਦੇਵੇ, ਉਸ ਤਰ੍ਹਾਂ ਦਾ ਹੀ ਬਣਾ ਦਾਂਗੇ। ਆਪਣੇ ਤਾਂ ਆਈਡੀਏ 'ਚ ਅਸੀਂ ਲੱਗੇ ਰਹਿੰਦੇ ਹਾਂ ਕੁਛ ਨਾ ਕੁਛ ਕਰਨ। ਤਾਂ ਮੈਂ ਇੱਕ ਆਈਡੀਆ ਲੈ ਕੇ ਮਸ਼ੀਨ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਔਰ ਉਹਦੇ ਵਿੱਚ ਸਾਨੂੰ ਪਹਿਲੇ ਸਾਲ ਪਹਿਲੀ ਮਸ਼ੀਨ ਦੇ ਵਿੱਚ 30% ਕਾਮਯਾਬੀ ਮਿਲੀ ਸੀਗੀ। ਕਿੰਨੇ ਸਾਲ ਪਹਿਲਾਂ ਇਹ ਸ਼ੁਰੂ ਕੀਤੀ ਸੀ? ਇਹ ਤਕਰੀਬਨ 10 ਸਾਲ ਪਹਿਲੇ। ਅੱਛਾ ਜੀ। 10 ਸਾਲ ਪਹਿਲੇ। ਫਿਰ ਹਰ ਸਾਲ ਹੀ ਇੱਕ ਮਸ਼ੀਨ ਬਣਾਉਣੀ, ਉਹਦੇ ਵਿੱਚ ਗਾਂਹ ਦੀ ਗਾਂਹ ਜਿਹੜਾ ਕੋਈ ਯੰਤਰ ਘੱਟ ਕੰਮ ਕਰਦਾ ਉਹਨੂੰ ਚੇਂਜ ਕਰੀ ਜਾਣਾ, ਉਹਦਾ ਜਿਹੜਾ ਵਰਕ ਵਾ ਉਹ ਵਧਾਈ ਜਾਣਾ। ਇਸ ਤਰ੍ਹਾਂ ਕਰਦਿਆਂ ਅਸੀਂ ਮਤਲਬ 7 ਸਾਲ ਦੇ ਵਿੱਚ 7 ਮਸ਼ੀਨਾਂ ਬਣਾਈਆਂ ਜੀ, ਕਿਉਂਕਿ ਹਰ ਸਾਲ ਜਦੋਂ ਇੱਕ ਮਸ਼ੀਨ ਬਣਾਉਣੀ, ਉਹਦੀ ਕੱਟ ਵੱਢ ਕਰਨੀ, ਉਹਦੇ ਵਿੱਚ ਯੰਤਰ ਚੇਂਜ ਕਰਨੇ ਨੇ, ਤੇ ਉਹ ਮਸ਼ੀਨ ਕੰਡਮ ਹੀ ਹੈ ਸਾਲ ਦੇ ਵਿੱਚ। ਅਸੀਂ ਲੱਗੇ ਰਹਿੰਦੇ ਸੀ, ਸਾਲ ਪਰਾਲੀ ਰੱਖ ਲਈਦੀ ਸੀ ਤੇ ਉਹ ਸਿੱਟ ਕੇ ਚਲਾ ਕੇ ਦੇਖ ਲੈਣਾ ਯੰਤਰ ਕਿੰਨਾ ਕੰਮ ਕਰਦਾ ਤੇ ਉਹਨਾਂ ਨੂੰ ਚੇਂਜ ਕਰਦੇ ਰਹਿਣਾ। ਤੇ 7 ਸਾਲਾਂ ਦੇ ਵਿੱਚ 7 ਮਸ਼ੀਨਾਂ ਕੰਡਮ ਹੋ ਗਈਆਂ ਜੀ। 8ਵੀਂ ਮਸ਼ੀਨ ਆ ਕਾਮਯਾਬ ਫਿਰ ਪੂਰੀ ਹੋ ਗਈ ਜੀ। ਅੱਛਾ ਜੀ। ਤਾਂ ਹੁਣ ਅਸੀਂ 3 ਸਾਲ ਤੋਂ ਇਹ ਕਾਮਯਾਬ ਆ। ਹੁਣ ਇਹਦੀ ਪਾਸ ਕਰਾਉਣ ਵਾਸਤੇ ਤੇ ਅਫਸਰਾਂ ਦੇ ਤਰਫ ਗੇੜੇ ਮਾਰ ਰਹੇ ਆ ਜੀ, ਪਰ ਕੋਈ ਬਾਂਹ ਨਹੀਂ ਫੜਦਾ ਜੀ, ਕੋਈ ਨਹੀਂ ਸੁਣਦਾ ਹੈਗਾ। ਇਹ ਜਦੋਂ ਤਿਆਰ ਕੀਤੀ ਤਾਂ ਬਹੁਤ ਐਕਸਪੈਰੀਮੈਂਟ ਕਰਨਾ ਪਿਆ ਹੋਊਗਾ, ਕਿਉਂਕਿ ਸਰਕਾਰਾਂ ਤਾਂ ਸਫਲ ਹੋ ਗਈਆਂ, ਜਿਨ੍ਹਾਂ ਕੋਲ ਵੱਡੇ ਇੰਜੀਨੀਅਰ ਨੇ ਉਹ ਸਫਲ ਹੋ ਗਏ ਕਿ ਪਰਾਲੀ ਨੂੰ ਸਾਂਭ ਸੰਭਾਲ ਉਹਦੀ ਕਿੱਦਾਂ ਕਰਨੀ ਹੈ। ਪਰ ਤੁਸੀਂ ਮਸ਼ੀਨ ਲੈ ਕੇ ਆਏ ਹੋ, ਕਿੰਨਾ ਕੁ ਖਰਚਾ ਇਹਦੇ 'ਤੇ ਆ ਗਿਆ?
ਸਰ ਹੁਣ ਤੱਕ ਮੈਂ 80 ਕੁ ਲੱਖ ਰੁਪਈਆ ਲਾ ਚੁੱਕਾ ਜੀ। ਅੱਛਾ ਜੀ। ਅੱਜ ਦੀ ਡੇਟ ਦੇ ਵਿੱਚ 80 ਲੱਖ ਰੁਪਈਆ ਮੇਰਾ ਦੇਣਦਾਰੀ ਆ, ਮੇਰੇ ਸਿਰ ਕਰਜ਼ਾ। ਤਾਂ ਉਹਦੇ ਵਿੱਚ ਇਹ ਆ ਜੇ ਤਾਂ ਹੁਣ ਸਾਡੀ ਮਸ਼ੀਨ ਪਾਸ ਕਰ ਦਿੰਦੇ ਜੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਵਾਲਿਆਂ ਦੇ ਅਫਸਰਾਂ ਦੇ ਮਗਰ ਗੇੜੇ ਮਾਰੇ ਨੇ ਜੀ, ਦੇਖੋ ਤੁਸੀਂ ਆਣ ਕੇ, ਪਰ ਕੋਈ ਵੀ ਨਹੀਂ ਗੱਲ ਸੁਣਦਾ ਹੈਗਾ। ਲੁਧਿਆਣੇ PAU ਵੀ ਗੇੜੇ ਮਾਰੇ ਨੇ, ਉੱਥੇ ਮਿਲੇ ਵੀ ਆ ਮਸ਼ੀਨਰੀ ਵਿਭਾਗ, ਉਹਨਾਂ ਨੇ ਵੀ ਸਾਨੂੰ ਲਾਰੇ ਲਾਤੇ ਨੇ ਜੀ, ਆਵਾਂਗੇ ਦੇਖਾਂਗੇ, ਪਰ ਕੋਈ ਨਹੀਂ ਆਇਆ। ਜੇ ਫੋਨ ਕਰੀਦਾ ਤਾਂ ਚੱਕਦੇ ਹੀ ਨਹੀਂ ਹੈ, ਜੇ ਚੱਕ ਲੈਂਦੇ ਆ ਤਾਂ ਕਹਿੰਦੇ ਜੀ ਆਵਾਂਗੇ, ਅਜੇ ਟਾਈਮ ਨਹੀਂ ਹੈ। ਤਾਂ ਇਸ ਤਰ੍ਹਾਂ ਕਰ ਜੇ ਤਾਂ ਉਹ ਇਹਨੂੰ ਪਾਸ ਕਰ ਦਿੰਦੇ ਮਸ਼ੀਨ, ਕਿਸਾਨ ਖਰੀਦਦਾਰ ਨੂੰ ਬੈਨੀਫਿਟ ਹੈ ਜੀ, ਸਬਸਿਡੀ ਮਿਲੇਗੀ, ਮਸ਼ੀਨ ਪਾਸ ਹੋਏਗੀ, ਸਬਸਿਡੀ ਮਿਲੇਗੀ। ਸਬਸਿਡੀ ਜਿਹੜੀ ਹੈ ਹੁਣ ਜੇ ਸਾਡੀ ਮਸ਼ੀਨ ਆ ਉਹਦੇ ਉੱਤੇ ਸਬਸਿਡੀ ਮਿਲ ਜਾਏਗੀ, ਜੇ 5 ਲੱਖ ਦੀ ਮਸ਼ੀਨ ਆ ਤਾਂ 1.5 ਲੱਖ ਰੁਪਏ ਦੇ ਵਿੱਚ ਮਿਲ ਜੇਗੀ। ਆਮ ਕਿਸਾਨ ਖਰੀਦੇਗਾ, ਇਹਨੂੰ ਵਰਤੇਗਾ, ਪਰਾਲੀ ਦੀ ਸਾਂਭ ਸੰਭਾਲ ਕਰੇਗਾ ਤੇ ਅੱਗ ਨਹੀਂ ਲਾਏਗਾ, ਪੋਲੂਸ਼ਨ ਨਹੀਂ ਹੋਏਗਾ ਜੀ। ਤੇ ਹੁਣ ਸਾਡੀ ਸਰਕਾਰਾਂ ਸੁਣਦੀਆਂ ਨਹੀਂ, ਇਸ ਕਰਕੇ ਅਸੀਂ ਕੰਮ ਬੰਦ ਕਰ ਦਿੱਤਾ ਅੱਗੇ, ਤੇ ਹੁਣ ਕਿਸੇ ਪਾਸੇ ਕੋਈ ਗੱਲ ਲੱਗੇਗੀ। ਮੈਂ ਵੀਰੇ ਇੱਕ ਹੋਰ ਸੋਚ ਰਿਹਾ, ਮੇਰੇ ਦਿਮਾਗ 'ਚ ਆਉਂਦੀ ਕਦੀ ਕਦੀ ਗੱਲ ਵੀ ਕਿਉਂ ਨਾ ਇੱਥੋਂ ਸਾਰਾ ਕੁਝ ਆਪਣੀ ਜੋ ਵੀ ਪ੍ਰਾਪਰਟੀ ਹੈਗੀ ਥੋੜ੍ਹੀ ਬਹੁਤੀ ਵੇਚ ਕੇ ਤੇ ਜੋ ਲੈਣ ਦੇਣ ਹੈਗਾ ਕਰਜ਼ਾ ਦੇਣ ਵਾਲਾ ਸਾਰਾ ਹੀ ਦੇ ਦੇਵਾਂ, ਲਾ ਦੇਵਾਂ ਆਪਦੇ ਸਿਰੋਂ। ਤਾਂ ਮੈਂ ਇਹ ਤਾਂ ਨਹੀਂ ਖਵਾਉਣਾ ਚਾਹੁੰਦਾ ਵੀ ਇਹ ਗਦਾਰ ਆਏ ਕੁਝ ਲੈ ਕੇ ਕਿਸੇ ਦਾ ਬੈਂਕ ਦਾ ਜਾਂ ਕਿਸੇ ਦਾ ਭੱਜ ਗਿਆ, ਸਾਰਾ ਕੁਝ ਕਲੀਅਰ ਕਰਕੇ। ਤਾਂ ਮੈਂ ਸੋਚਦਾ ਵੀ ਕਿਸੇ ਬਾਹਰਲੇ ਫੋਰਨ ਕਿਸੇ ਮੁਲਕ ਦੇ ਵਿੱਚ ਚੱਲ ਜਾਈਏ, ਉੱਥੋਂ ਦੀ ਸਰਕਾਰ ਨੂੰ ਕੁਝ ਥੋੜ੍ਹਾ ਬਹੁਤਾ ਮੈਂ ਕਰਕੇ ਦੇਵਾਂ, ਉੱਥੋਂ ਦੀ ਸਰਕਾਰ ਦੇ ਕਿਸੇ ਤਰ੍ਹਾਂ ਦਾ ਵੀ ਮੈਂ ਯੋਗਦਾਨ ਪਾਵਾਂ। ਇੱਥੇ ਹੁਣ ਪਾਇਆ ਤਾਂ ਕੋਈ ਮੈਨੂੰ ਪੁੱਛਦਾ ਨਹੀਂ ਹੈ, ਮੈਂ ਜ਼ੀਰੋ ਬਣਿਆ ਪਿਆ। ਤੇ ਇਹਦੇ ਨਾਲੋਂ ਤਾਂ ਮੈਂ ਉੱਥੇ ਜਾ ਕੇ ਮੇਰੇ ਖਿਆਲ ਚੌਥਾ ਪੰਜਵਾਂ ਹਿੱਸਾ ਹੀ ਕੁਛ ਕਰਕੇ ਸਰਕਾਰ ਨੂੰ ਦੇ ਦਿੱਤਾ ਤਾਂ ਮੈਂ ਹੀਰੋ ਬਣ ਸਕਦਾ, ਔਰ ਦੇਸ਼ ਮੇਰੇ ਬਾਰੇ ਸੋਚੇਗਾ। ਉੱਥੇ ਤੇ ਕਹਿੰਦੇ ਵੀ ਤੂੰ ਬਾਂਹ ਵਧਾ ਤਾਂ ਅਸੀਂ ਤੇਰੀ ਬਾਂਹ ਫੜਦੇ ਹਾਂ, ਇੱਥੇ ਕੀ ਆ ਬਾਂਹ ਵਧਾਈ ਦੀ ਤੇ ਕਹਿੰਦੇ ਪਰੇ ਹੋ ਅਸੀਂ ਤੇਰੀ ਬਾਂਹ ਨੂੰ ਕੀ ਕਰਨਾ, ਬਾਂਹ ਛਡਾਉਂਦੇ ਨੇ। ਉੱਥੇ ਬਾਂਹ ਵਧਾਈਏ ਤਾਂ ਫੜਦੇ ਨੇ। ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੈ ਇੱਥੋਂ ਦਾ। ਤਾਂ ਹੁਣ ਮੇਰੀ ਇਹ ਵੀ ਚੋਇਸ ਬਣਦੀ ਪਈ ਹੈ, ਕਿਉਂ ਨਾ ਉਧਰ ਦੀ ਫਿਰ ਟਰਾਈ ਲਾਵਾਂ ਜੇ ਇੱਥੇ ਕਿਸੇ ਨੇ ਨਹੀਂ ਮੇਰੀ ਕੋਈ ਗੱਲ ਸੁਣਨੀ। ਬਿਲਕੁਲ, ਇਹ ਆਪਾਂ ਦਰਸ਼ਕਾਂ ਨੂੰ ਦੱਸ ਵੀ ਦਈਏ ਨਾਲ ਦੀ ਨਾਲ, ਇਹ ਤੁਸੀਂ ਦਰਸ਼ਕੋ ਦੇਖ ਸਕਦੇ ਹੋ ਜਿਹੜੇ ਖਾਸ ਕਰਕੇ ਜਿਹੜੇ ਚਾਹੁੰਦੇ ਨੇ ਕਿ ਆਪਾਂ ਪੋਲਿਊਸ਼ਨ ਨਹੀਂ ਫੈਲਾਉਣਾ, ਆਪਾਂ ਪਰਾਲੀ ਦੀ ਸਾਂਭ ਸੰਭਾਲ ਕਰਨੀ ਆ। ਤੇ ਇਹ ਜਿਹੜੀ ਮਸ਼ੀਨ ਜਿਹੜੇ ਤਲਵਿੰਦਰ ਜੀ ਨੇ ਕਿਸਾਨ, ਇਹਨਾਂ ਦੇ ਵੱਲੋਂ ਜਿਹੜੀ ਕੀਤੀ ਗਈ ਹੈ, ਤੁਸੀਂ ਦੇਖ ਸਕਦੇ ਹੋ ਕਿ ਇਹ ਜਿਸ ਤਰ੍ਹਾਂ ਦੇ ਨਾਲ ਤੂੜੀ ਆਪਾਂ ਕਹਿ ਸਕਦੇ, ਤੂੜੀ ਤੋਂ ਥੋੜੀ ਵੱਡੀ ਜਿਹੜੀ ਹੈ ਇਹਨੂੰ ਜ਼ਮੀਨ ਦੇ ਵਿੱਚ ਰਲਾਇਆ ਜਾ ਸਕਦਾ, ਕਿਸ ਤਰੀਕੇ ਦੇ ਨਾਲ ਇਹ ਕੁਤਰਦੀ ਹੈ, ਔਰ ਇਹਦੇ ਜਦੋਂ ਕੁਤਰ ਦਿੰਦੀ ਹੈ ਤਾਂ ਇਹਨੂੰ ਜ਼ਮੀਨ ਦੇ ਵਿੱਚ ਆਸਾਨੀ ਦੇ ਨਾਲ ਜਿੰਨੇ ਵੀ ਕਿਸਾਨ ਨੇ ਉਹ ਵਾਹ ਸਕਦੇ ਨੇ। ਔਰ ਇਸ ਦਾ ਜਿਹੜਾ ਬੈਨੀਫਿਟ ਹੈ ਪਰਾਲੀ ਨੂੰ, ਜਿਵੇਂ ਆਪਾਂ ਕਹਿੰਦੇ ਹਾਂ ਕਿ ਜ਼ਮੀਨ ਦੇ ਵਿੱਚ ਜੇਕਰ ਲਾਇਆ ਜਾਵੇ ਤਾਂ ਕਿਸਾਨਾਂ ਨੂੰ ਬੈਨੀਫਿਟ ਹੋ ਸਕਦਾ। ਬਿਲਕੁਲ ਉਸੇ ਪ੍ਰਕਾਰ ਦੇ ਨਾਲ ਇਹ ਦੇਖੋ ਇਹ ਮਸ਼ੀਨ ਨੇ ਕੰਮ ਕੀਤਾ ਹੈ, ਔਰ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਤੂੜੀ ਦੇ ਵਾਂਗੂ ਇਸ ਨੂੰ ਕੁਤਰਿਆ ਹੋਇਆ ਹੈ। ਔਰ ਇਹ ਜ਼ਮੀਨ ਦੇ ਵਿੱਚ ਵਾਲੀ ਜਦੋਂ ਆਪਾਂ ਪਾੜ ਪਾਵਾਂਗੇ, ਜਦੋਂ ਆਪਾਂ ਟਰੈਕਟਰ ਦੇ ਨਾਲ ਹੱਲਾਂ ਦੇ ਨਾਲ ਵਾਵਾਂਗੇ ਤਾਂ ਵਿੱਚੇ ਜਿਹੜੀ ਪਰਾਲੀ ਹੈ ਉਹ ਰਲ ਸਕਦੀ ਹੈ ਬੜੇ ਆਰਾਮ ਦੇ ਨਾਲ, ਔਰ ਇਸ ਦਾ ਫਾਇਦਾ ਜਿਹੜਾ ਹੈ, ਜਿਹੜੀ ਤੁਸੀਂ ਫਸਲ ਬੀਜੋਗੇ ਉਸ ਨੂੰ ਹੋ ਸਕਦਾ ਹੈ। ਭਾਜੀ ਇਹ ਤਾਂ ਇੱਕ ਤਾਂ ਆਪਾਂ ਚਲਾ ਕੇ ਦਰਸ਼ਕਾਂ ਨੂੰ ਨਾਲ ਦੀ ਨਾਲ ਦਿਖਾ ਵੀ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇਹ ਕੁਤਰ ਦਿੰਦੀ ਹੈ। ਜੇਕਰ ਤੂੜੀ ਬਣਾਉਣੀ ਹੋਵੇ ਤਾਂ ਕੀ ਇਸ ਤੋਂ ਤੂੜੀ ਬਣਾਈ ਜਾ ਸਕਦੀ ਹੈ? ਹਾਂਜੀ, ਇੱਕ ਪਹਿਲੀ ਆਪਸ਼ਨ ਹੈ ਜੀ ਖੜੇ ਮੁੱਢ ਆਪਾਂ ਵੱਢ ਸਕਦੇ ਹਾਂ, ਝੋਨਾ ਵੱਢਣ ਤੋਂ ਬਾਅਦ ਆਪਾਂ ਖੜੇ ਮੁੱਢ ਵੱਢ ਕੇ ਜ਼ਮੀਨ 'ਤੇ ਬਰੀਕ ਕਰਕੇ ਖਿਲਾਰ ਸਕਦੇ ਹਾਂ। ਦੂਸਰੀ ਆਪਸ਼ਨ ਹੈ ਜੀ ਉਹਨਾਂ ਨੂੰ ਆਪਾਂ ਟਰਾਲੀ 'ਚ ਵੀ ਪਾ ਸਕਦੇ ਹਾਂ ਜੇ ਖੇਤ ਵਿਹਲਾ ਕਰਨਾ, ਮਤਲਬ ਵਿੱਚ ਆਪਾਂ ਇਹਨੂੰ ਨਹੀਂ ਬਾਹਣਾ। ਅਤੇ ਤੀਸਰੀ ਆਪਸ਼ਨ ਹੈ ਜੀ ਰੀਪਰ ਮਾਰ ਕੇ ਪਰਾਲੀ ਨੂੰ ਸੁਕਾ ਕੇ ਜ਼ਮੀਨ 'ਤੇ ਕੁਦਰ ਕੇ ਵੀ ਖਿਲਾਰ ਸਕਦੇ ਹਾਂ ਜਿਸ ਤਰ੍ਹਾਂ ਖਿਲਰੀ ਹੋਈ ਹੈ, ਔਰ ਟਰਾਲੀ ਦੇ ਵਿੱਚ ਤੂੜੀ ਬਣਾ ਕੇ ਵੀ ਪਾ ਸਕਦੇ ਹਾਂ, ਕਿਸੇ ਵੀ ਪਰਪਜ਼ ਵਾਸਤੇ ਉਹਨੂੰ ਆਪਾਂ ਵਰਤ ਸਕਦੇ ਹਾਂ। ਪੰਜਵੀਂ ਆਪਸ਼ਨ ਹੈ ਜੀ ਕਣਕ ਦੇ ਨਾੜ ਦੀ ਤੂੜੀ ਬਣਾਉਂਦੀ ਆ, ਬੜੀ ਸਪੀਡ ਨਾਲ ਬਣਾਉਂਦੀ ਹੈ ਜੀ, ਦੂਸਰੀਆਂ ਮਸ਼ੀਨਾਂ ਨੂੰ ਦੁੱਗਣੀ ਐਵਰੇਜ ਦੇ ਦਿੰਦੀ ਹੈ ਟਰਾਲੀ ਦੀ, 2 ਟਰਾਲੀਆਂ ਭਰ ਦਿੰਦੀ ਹੈ ਇੱਕ ਟਰਾਲੀ ਦੇ ਨਾਲ। ਔਰ ਜਿਸ ਤਰ੍ਹਾਂ ਇਹ ਹੁਣ ਬਰੀਕ ਕੀਤੀ ਹੋਈ ਹੈ ਜੀ, ਪਰਾਲੀ ਕੁਤਰ ਕੇ ਬਰੀਕ ਕਰਕੇ ਜ਼ਮੀਨ ਦੇ ਉੱਤੇ ਖਿਲਾਰ ਦਿੱਤੀ, ਇਹ ਬੜੀ ਆਸਾਨੀ ਦੇ ਨਾਲ ਪਲਾਵਾਂ ਦੇ ਨਾਲ ਪਲਟਾ ਕੇ ਰੂਟਾਵੇਟਰ ਕਰਕੇ ਵੀ ਇਹਨੂੰ ਮਿਕਸ ਕੀਤਾ ਜਾ ਸਕਦਾ। ਅਗਰ ਜੇ ਪਲਾਉ ਨਹੀਂ ਕਰਨੇ ਤੇ ਇਹਨੂੰ ਥੋੜ੍ਹੇ ਜਿਹੇ ਬਿਰਲੇ ਹਲਾਂ ਦੇ ਨਾਲ ਇਸ ਤਰ੍ਹਾਂ ਹੀ ਵਾਹ ਦਿਓ, ਬਾਅਦ ਵਿੱਚ ਉੱਤੇ ਇਹਦੇ ਰੂਟਾਵੇਟਰ ਚਲਾ ਦਿਓ, ਉਸ ਤੋਂ ਬਾਅਦ ਇਹ ਸਾਰੀ ਰਲ ਜਾਏਗੀ, ਤਕਰੀਬਨ 70% 80% ਇਹ ਮਿਕਸ ਹੋ ਜਾਏਗੀ। ਬਾਅਦ 'ਚ ਆਪਾਂ ਉੱਤੇ ਆਰਾਮ ਨਾਲ ਤਵੀਆਂ ਚਲਾ ਸਕਦੇ ਹਾਂ, ਹਲ ਚਲਾ ਸਕਦੇ ਹਾਂ, ਜਿੱਦਾਂ ਦੀ ਕਿਸੇ ਕਿਸਾਨ ਨੇ ਜ਼ਮੀਨ ਤਿਆਰ ਕਰਨੀ ਹੈ ਅਗਲੀ ਫਸਲ ਲਾਉਣ ਵਾਸਤੇ ਉੱਦਾਂ ਦੀ ਤਿਆਰ ਕਰ ਸਕਦੇ ਹਾਂ ਬਿਨਾਂ ਪਲਾਉ ਤੋਂ ਵੀ। ਬਿਲਕੁਲ ਕਿਸਾਨ ਵੀਰੋ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਨਾਲ ਦੀ ਨਾਲ ਦਿਖਾ ਵੀ ਦੇ ਰਹੇ ਹਾਂ ਕਿ ਇੱਕ ਕਿਸਾਨ ਦੇ ਵੱਲੋਂ ਇਹ ਮਸ਼ੀਨ ਤਿਆਰ ਕੀਤੀ ਗਈ ਹੈ ਬੜੀ ਆਸਾਨੀ ਦੇ ਨਾਲ। ਜਿੱਥੇ ਸਰਕਾਰਾਂ ਸਾਡੀਆਂ ਅਸਮਰੱਥ ਰਹੀਆਂ ਨੇ ਪਰਾਲੀ ਦੇ ਸਾਂਭ ਸੰਭਾਲ ਦੇ ਲਈ, ਕਿਸਾਨਾਂ ਨੂੰ ਸਹੀ ਤੇ ਢੁਕਵਾਂ ਢੰਗ ਦੇਣ ਦੇ ਲਈ, ਉੱਥੇ ਹੀ ਇਸ ਕਪੂਰਥਲਾ ਜ਼ਿਲ੍ਹੇ ਦਾ ਪਿੰਡ ਹੈ ਉੱਚਾ ਬੁੜ,
ਉੱਥੋਂ ਦੇ ਇੱਕ ਕਿਸਾਨ ਨੇ, ਤਲਵਿੰਦਰ ਇਹਨਾਂ ਦਾ ਨਾਮ ਹੈ, ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਇਹ ਜਿਹੜੀ ਮਸ਼ੀਨ ਤਿਆਰ ਕੀਤੀ ਹੈ। ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਇਹਦੀ ਮਸ਼ੀਨ ਦੇ ਰਾਹੀਂ ਤੁਸੀਂ ਤੂੜੀ ਵੀ ਬਣਾ ਸਕਦੇ ਹੋ ਔਰ ਨਾਲ ਦੀ ਨਾਲ ਕੁਤਰ ਕੇ ਕੁਤਰ ਕੇ ਜ਼ਮੀਨ ਦੇ ਵਿੱਚ ਵੀ ਇਸ ਨੂੰ ਰਲਾਇਆ ਜਾ ਸਕਦਾ ਹੈ। ਤਲਵਿੰਦਰ ਜੀ, ਜਦੋਂ ਤੁਸੀਂ ਮਸ਼ੀਨ ਬਣਾਉਣ ਤੋਂ ਬਾਅਦ ਬੜੀ ਮਿਹਨਤ ਲੱਗੀ ਹੈ, ਤੁਸੀਂ ਦੱਸਿਆ ਵੀ ਕਿ ਕਿੰਨੇ ਪੈਸੇ ਤੁਹਾਡੇ ਇਹਦੇ ਤੇ ਖਰਚ ਆਏ, ਬਾਅਦ ਦੇ ਵਿੱਚ ਪਹੁੰਚ ਕੀਤੀ ਅਧਿਕਾਰੀਆਂ ਦੇ ਨਾਲ ਕਿ ਤੁਹਾਨੂੰ ਤੁਹਾਡੀ ਮਸ਼ੀਨ ਤੋਂ ਮਾਨਤਾ ਮਿਲ ਸਕੇ? ਸਰ, ਮੈਂ ਇੱਥੇ ਖੇਤੀਬਾੜੀ ਵਿਭਾਗਾਂ ਸਾਰਿਆਂ ਦੇ ਵਿੱਚ ਹੀ ਬਹੁਤ ਜਾਂਦਾ ਰਿਹਾ ਜੀ। ਤਾਂ ਲੁਧਿਆਣੇ ਵੀ ਗਿਆ ਜੀ। ਉਸ ਤੋਂ ਬਾਅਦ ਕਾਹਨ ਸਿੰਘ ਪੰਨੂ ਕੋ ਗਏ ਜੀ, ਚੰਡੀਗੜ੍ਹ। ਜੀ। ਉਹ ਖੇਤੀਬਾੜੀ ਸੈਕਟਰੀ ਸਨ ਤੇ ਸਕੱਤਰ ਸਨ, ਪੋਲਿਊਸ਼ਨ ਬੋਰਡ ਦੇ ਚੇਅਰਮੈਨ ਵੀ ਸਨ। ਮਤਲਬ ਉਹਨਾਂ ਦੇ ਨਾਲ ਇਹ ਲਿੰਕ ਸੀ ਜੀ। ਤਾਂ ਉਹਨਾਂ ਨੂੰ ਜਾ ਕੇ ਅਸੀਂ ਰਿਕਵੈਸਟ ਕੀਤੀ ਜੀ ਵੀ ਅਸੀਂ ਪਰਾਲੀ ਦੇ ਮੁੱਦੇ ਤੇ ਕੰਮ ਮੈਂ ਕਰ ਰਿਹਾ ਜੀ, ਤੇ ਮੈਂ ਇੱਕ ਇਨਵੈਂਸ਼ਨ ਕੀਤੀ ਹੈ ਜੋ ਬੜੀ ਕਾਮਯਾਬ ਹੋਈ ਆ। ਪਰਾਲੀ ਦੀ ਸਾਂਭ ਸੰਭਾਲ ਵਾਸਤੇ ਇੱਕ ਮਸ਼ੀਨ ਤਿਆਰ ਕੀਤੀ। ਉਹ ਕਹਿੰਦੇ ਜੀ ਮੈਨੂੰ ਨਹੀਂ ਪਤਾ ਪਰਾਲੀ ਕੀ ਹੁੰਦੀ ਹੈ, ਮੈਨੂੰ ਨਹੀਂ ਪਤਾ ਮਸ਼ੀਨ। ਕਾਹਨ ਸਿੰਘ ਪੰਨੂ ਕਹਿੰਦੇ? ਕਾਹਨ ਸਿੰਘ ਪੰਨੂ। ਹਾਲਾਂਕਿ ਮੰਨਿਆ ਇਹ ਜਾਂਦਾ ਨੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੇ ਨੇ ਉਹ। ਹਾਂਜੀ, ਸਿਫਤ ਤਾਂ ਉਹਨਾਂ ਦੀ ਇਹੀ ਸੁਣੀ ਸੀਗੀ ਵੀ ਉਹ ਹਰ ਇੱਕ ਦੀ ਗੱਲ ਸੁਣਦੇ ਨੇ ਔਰ ਕੰਮ ਵੀ ਕਰਦੇ ਨੇ, ਬੜੇ ਨੇਕ ਇਨਸਾਨ ਨੇ। ਤੇ ਇਹੀ ਸੋਚ ਕੇ ਅਸੀਂ ਵੀ ਚਲੇ ਗਏ ਵੀ ਚਲੋ ਸਾਡਾ ਹੁਣ ਇੱਥੇ ਤਾਂ ਕੋਈ ਸੁਣਦਾ ਨਹੀਂ ਹੈ ਤਾਂ ਉਹਨਾਂ ਕੋਲ ਚੱਲਦੇ ਆ। ਉਹ ਥੱਲੇ ਡਿਪਾਰਟਮੈਂਟ ਨੂੰ ਕਹਿ ਦੇਣਗੇ ਤਾਂ ਸਾਡਾ ਕੰਮ ਹੋ ਜਾਏਗਾ। ਪਰ ਉਹਨਾਂ ਦੀ ਜਿਹੜੀ ਵਰਡਿੰਗ ਇਹੀ ਸੀ ਵੀ ਮੈਨੂੰ ਨਹੀਂ ਪਤਾ ਕੀ ਪਰਾਲੀ ਹੁੰਦੀ ਆ, ਮੈਨੂੰ ਨਹੀਂ ਪਤਾ ਮਸ਼ੀਨਾਂ ਕੀ ਹੁੰਦੀਆਂ, ਲੁਧਿਆਣੇ ਵਾਲਿਆਂ ਨੂੰ ਜਾ ਕੇ ਪੁੱਛੋ, ਉੱਥੇ ਰੌਲਾ ਪਾਓ, ਮੇਰੇ ਕੋਲ ਨਹੀਂ ਆਉਣ ਦੀ ਲੋੜ। ਮੈਂ ਅਸੀਂ 2 ਜਣੇ ਗਏ ਸੀ, ਮੈਂ ਤੇ ਮੇਰਾ ਮਿੱਤਰ। ਕਹਿੰਦਾ ਜੀ ਮੈਂ ਨਹੀਂ 2 ਜਣਿਆਂ ਦੀਆਂ ਗੱਲਾਂ ਸੁਣ ਸਕਦਾ, ਨਾ ਮੇਰੇ ਕੋਲ ਇੰਨਾ ਟਾਈਮ ਹੀ ਆ। ਤੇ ਮੈਂ ਕਿਹਾ ਸਰ ਤੁਹਾਡੇ ਨਾਲ ਸੰਬੰਧਿਤ ਆ ਇਹ ਸਾਰਾ ਕੁਝ। ਉਹ ਕਹਿੰਦੇ ਉਹ ਵੱਖਰੀ ਗੱਲ ਆ, ਸੰਬੰਧਿਤ ਆ। ਤਾਂ ਇਹ ਸੀ ਬਿਲਡਿੰਗ। ਤੇ ਹੁਣ ਕਿੱਦਾਂ ਦੇਖਦੇ ਹੋ, ਕਿਉਂਕਿ ਤੁਸੀਂ ਦੱਸਿਆ ਕਿ 60-70 ਲੱਖ ਰੁਪਈਆ ਇਹਦੇ ਤੇ ਜੋ ਇਹਦੇ ਵਿੱਚ ਖਰਚਾ ਆਇਆ, ਇਹਦੇ ਤੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਦਿਨ ਬ ਦਿਨ ਇਹਨੂੰ ਬਦਲਿਆ ਹੈ ਔਰ ਅੱਜ ਇਸ ਕਾਬਲ ਬਣਾ ਦਿੱਤਾ ਹੈ ਕਿ ਕਿਸਾਨਾਂ ਦੀ ਜਿਹੜੀ ਪਰਾਲੀ ਦਾ ਮਸਲਾ ਹੱਲ ਕਰਦੀ ਹੈ। ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਨੇ, ਉਹਨਾਂ ਤੱਕ ਪਹੁੰਚ ਕੀਤੀ ਤੁਸੀਂ? ਹਾਂਜੀ ਸਰ, ਪਿੱਛੇ ਜਿਹੇ ਜਲੰਧਰ ਆਏ ਸੀ ਤੇ ਉਹ ਮੈਂ ਦੇਖਿਆ ਸੀਗਾ ਖਬਰਾਂ ਦੇ ਵਿੱਚ ਵੀ ਉਹਨਾਂ ਨੇ ਆਉਣਾ ਹੈਗਾ 30 ਤਰੀਕ ਨੂੰ। ਤਾਂ ਮੈਂ 30 ਤਰੀਕ ਗਿਆ ਸੀਗਾ ਜਲੰਧਰ। ਦੇਵੀ ਤਲਾਬ ਮੰਦਿਰ ਵੀ ਅਸੀਂ ਪਹੁੰਚੇ, ਪਤਾ ਲੱਗਾ ਵੀ ਉੱਥੇ ਇਹਨਾਂ ਨੇ ਆਉਣਾ। ਤੇ ਉੱਥੇ ਅਸੀਂ ਕੋਸ਼ਿਸ਼ ਕੀਤੀ ਅੰਦਰ ਜਾਣ ਦੀ, ਪਰ ਸਿਕਿਉਰਿਟੀ ਵਾਲਿਆਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਜੀ। ਉਹਨਾਂ ਨੇ ਨਹੀਂ ਸਾਨੂੰ ਅੰਦਰ ਲੰਘਣ ਦਿੱਤਾ। ਅਸੀਂ ਬੜੀ ਰਿਕੁਐਸਟ ਵੀ ਕੀਤੀ ਉਹਨਾਂ ਨੂੰ ਵੀ ਅਸੀਂ ਤਾਂ ਇਸ ਮੁੱਦੇ ਵਾਸਤੇ ਆਏ ਹੈਗੇ ਆ ਸਾਡੇ ਕੋਲ ਡਾਕੂਮੈਂਟਸ ਆ, ਦੇਖ ਲਓ। ਅਸੀਂ ਤਾਂ ਇੱਕ ਐਪਲੀਕੇਸ਼ਨ ਹੀ ਉਹਨਾਂ ਨੂੰ ਦੇਣੀ ਹੈਗੀ ਹੈ। ਤਾਂ ਉਹਨਾਂ ਨਹੀਂ ਲੰਘਣ ਦਿੱਤਾ। ਫਿਰ ਕੋਟੇ 'ਚ ਉੱਥੇ ਸਟੇਡੀਅਮ ਹੈਗਾ ਹਾਕੀ ਦਾ, ਤੇ ਉੱਥੇ ਪਤਾ ਲੱਗਾ ਵੀ ਉਹਨਾਂ ਨੇ ਜਾਣਾ ਪ੍ਰਗਟ ਸਿੰਘ ਨੇ, ਤਾਂ ਉਹਨਾਂ ਨੇ ਥੋੜ੍ਹਾ ਸ਼ੋਅ ਪ੍ਰਦਰਸ਼ਨ ਵਗੈਰਾ ਕਰਨਗੇ। ਤੇ ਅਸੀਂ ਉੱਥੇ ਚਲੇ ਗਏ ਜੀ। ਉੱਥੇ ਉਹਨਾਂ ਨੇ ਗੋਲਕੀਪਰੀ ਦਾ ਕੀਤਾ ਜੀ ਸ਼ੋਅ ਪ੍ਰਦਰਸ਼ਨ, ਪ੍ਰਗਟ ਸਿੰਘ ਹੁਣੀ ਗੋਲ ਕਰਾਉਂਦੇ ਸੀ। ਤੇ ਅਸੀਂ ਉਹ ਦੇਖੇ ਜੀ। ਤੇ ਉੱਥੇ ਵੀ ਅਸੀਂ 2 ਵਾਰ ਟਰਾਈ ਕੀਤੀ ਤੇ ਰਿਕੁਐਸਟ ਵੀ ਕੀਤੀ ਸਿਕਿਉਰਿਟੀ ਨੂੰ, ਪਰ ਨਹੀਂ ਨੇ। ਉਹ ਕਹਿੰਦੇ ਪਾਸ ਵਗੈਰਾ ਹੈਗਾ ਤਾਂ ਜਾ ਸਕਦੇ ਆ, ਤੇ ਜਾਂ ਕੋਈ ਉੱਧਰੋਂ ਤੁਹਾਨੂੰ ਬੁਲਾਵਾ ਆਵੇ ਤਾਂ ਜਾ, ਉੱਦਾਂ ਨਹੀਂ, ਅਸੀਂ ਵੀ ਮਜਬੂਰ ਹਾਂ। ਉਹ ਕਹਿੰਦੇ ਨਹੀਂ ਜਾ ਸਕਦੇ ਤੁਸੀਂ। ਤੇ ਚਲੋ ਹੋਣਗੀਆਂ ਕੋਈ ਮਤਲਬ ਉਹਨਾਂ ਦੀਆਂ ਵੀ ਮਜਬੂਰੀਆਂ। ਪਰ ਵੱਡੀ ਤੁਸੀਂ ਇਨਵੈਸਟਮੈਂਟ ਇਹਦੇ ਤੇ ਇਨਵੈਸਟ ਕੀਤੀ ਹੈ ਔਰ ਤੁਸੀਂ ਦੱਸਿਆ ਕਿ ਦੇਸ਼ ਪ੍ਰਤੀ ਕੁਝ ਕਰਨ ਦੀ ਚਾਹਤ ਸੀਗੀ। ਅੱਜ 60-70 ਲੱਖ ਰੁਪਇਆ ਤੁਸੀਂ ਲਾ ਦਿੱਤਾ ਹੈ। ਪੈਸੇ ਕੋਲ ਸੀਗੇ ਜਾਂ ਫਿਰ ਕਿਤੇ ਫੜ ਤੜ ਕੇ ਲਾਏ? ਨਹੀਂ ਜੀ, ਮੈਂ 4 ਕਿੱਲੇ ਦਾ ਹੀ ਮਾਲਕ ਹਾਂ ਜੀ। ਆਹ 4 ਖੇਤ ਹੀ ਨੇ, ਵੀ ਮੇਰੇ ਫਾਦਰ ਸਾਹਿਬ ਦੇ ਨਾਂ ਨੇ, ਉਹਨਾਂ ਨੇ ਮੈਨੂੰ ਵਾਹੁਣ ਵਾਸਤੇ ਦਿੱਤੀ ਹੋਈ ਹੈ। ਤੇ ਇਹਦੇ ਨਾਲ ਤੇ 4 ਕਿੱਲਿਆਂ ਦੇ ਨਾਲ ਤਾਂ ਮਸਾਂ ਮੈਂ ਤੇ ਮੇਰੀ ਵਾਈਫ ਹਾਂ ਔਰ ਮੇਰਾ ਬੇਟਾ 10 ਸਾਲ ਦਾ। ਤਾਂ ਮਤਲਬ ਇੰਨੇ ਕੁ ਪਰਿਵਾਰ ਦੇ ਵਿੱਚ ਇੰਨੀ ਕੁ ਜ਼ਮੀਨ ਦੇ ਨਾਲ ਮਸਾਂ ਹੀ ਖਰਚਾ ਚੱਲਦਾ ਹੈ। ਆਪਾਂ ਸਾਰੇ ਹੀ ਜਾਣਦੇ ਹਾਂ ਕਿੰਨੇ ਘਰਾਂ ਦੇ ਖਰਚੇ ਨੇ, ਕਿੰਨੀ ਮਹਿੰਗਾਈ ਹੋ ਗਈ ਹੈ। ਤੇ ਮੈਂ ਮਸਾਂ ਹੀ ਆਪਦਾ ਘਰ ਦਾ ਖਰਚਾ ਚਲਾ ਪਾ ਰਿਹਾ ਸੀ। ਤੇ ਜਦੋਂ ਦੇ ਇਸ ਧੰਦੇ ਦੇ ਵਿੱਚ ਪੈ ਗਏ ਤਾਂ ਫਿਰ ਮੈਂ ਫਾਦਰ ਸਾਹਿਬ ਨੂੰ ਬੇਨਤੀ ਕੀਤੀ। ਫਾਦਰ ਸਾਹਿਬ ਨੂੰ ਮੈਂ ਦੱਸੀ ਸਾਰੀ ਗੱਲਬਾਤ। ਉਹਨਾਂ ਨੇ ਮੈਨੂੰ ਇੱਕ ਲਿਮਟ ਬਣਾ ਦਿੱਤੀ ਜੀ। ਮਸ਼ੀਨਾਂ ਜਦੋਂ ਮੈਂ 7-8 ਮਤਲਬ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਗਾਂ ਦੀ ਗਾਂ ਮੈਨੂੰ ਕਾਮਯਾਬੀ ਮਿਲ ਗਈ। ਮੈਂ ਲੱਗਾ ਰਿਹਾ ਵੀ ਮੈਂ ਕਾਮਯਾਬ ਕਰਕੇ ਹਟਣਾ, ਦੇਸ਼ ਵਾਸਤੇ ਕੁਛ ਕਰਨਾ। ਤਾਂ ਪੈਸੇ ਦਾ ਜਿਹੜਾ ਮਸਲਾ ਸੀ ਉਹ ਫਿਰ ਫਾਦਰ ਸਾਹਿਬ ਨੇ ਲਿਮਟ ਬਣਾ ਦਿੱਤੀ। ਕਹਿੰਦੇ ਵੀ ਇੱਥੋਂ ਕਢਾਈ ਜਾ ਤੇ ਇੱਥੇ ਦੇਈ ਜਾ, ਇਹ ਤੂੰ ਹੀ ਲੈਣੇ ਆ ਤੇ ਤੂੰ ਹੀ ਦੇਣੇ ਆ। ਮੈਂ ਕਿਹਾ ਜੀ ਠੀਕ ਆ, ਮੇਰਾ ਹੀ ਫਰਜ਼ ਬਣਦਾ ਹੈਗਾ ਜੇ ਮੈਂ ਲੈਣੇ ਤੇ ਦੇਣੇ ਮੈਂ। ਉਹ ਲਾਤੀ ਜੀ ਸਾਰੀ ਲਿਮਟ 25 ਲੱਖ ਰੁਪਏ ਦੀ। ਫਿਰ ਮੈਂ ਕਿਹਾ ਵੀ ਥੋੜ੍ਹੀਆਂ ਮਸ਼ੀਨਾਂ ਵੀ ਚਾਹੀਦੀਆਂ ਹੈ ਨਾ, ਜਿੱਦਾਂ ਖਰਾਦ ਹੋ ਗਈ, ਵੈਲਡਿੰਗ ਵਗੈਰਾ ਹੋ ਗਿਆ, ਪ੍ਰੈਸ ਵਗੈਰਾ, ਉਹ ਵੀ ਤਾਂ ਹੀ ਇੱਕ ਮਸ਼ੀਨਾਂ ਬਣਨਗੀ ਜੇ ਉਹ ਮੇਰੇ ਕੋਲ ਮਸ਼ੀਨਾਂ ਹੋਣਗੀਆਂ। ਤਾਂ ਉਹਨਾਂ ਨੂੰ ਲਾਉਣ ਵਾਸਤੇ ਫਿਰ ਮੇਰੇ ਕੋਲ ਪੈਸਾ ਹੈ ਨਾ। ਮੈਂ ਫਿਰ ਉਹਦੇ ਉੱਤੇ ਲੋਨ ਲੈ ਲਿਆ ਜੀ। ਮੇਰੇ ਕੋਲ ਜਿਹੜਾ ਪਲਾਟ ਆ ਨਾ ਜੀ ਸੁਲਤਾਨਪੁਰ ਦੇ ਨੇੜੇ ਰੋਡ ਦੇ ਉੱਤੇ, ਤੇ ਉਹਦੇ ਉੱਤੇ ਮੈਂ ਲੋਨ ਲੈ ਲਿਆ ਬੈਂਕ ਵਾਲਿਆਂ ਨਾਲ ਗੱਲ ਕਰਕੇ। 25 ਲੱਖ ਰੁਪਏ ਦਾ ਹੀ ਉਹ ਲੈ ਲਿਆ। ਉਹ ਲੋਨ ਲੈ ਕੇ ਫਿਰ ਮੈਂ ਉਹ ਮਸ਼ੀਨਾਂ ਲਗਾ ਲਈਆਂ ਕੁਛ ਇੱਧਰ, ਮਸ਼ੀਨਾਂ ਦੇ ਉੱਤੇ ਇਨਵੈਸਟ ਕਰ ਲਿਆ ਪੈਸਾ।
ਤੇ ਹੁਣ ਉਹ ਮਸ਼ੀਨ ਵੀ ਕਾਮਯਾਬ ਹੋ ਗਈ, ਹੂੰ 8ਵੀਂ ਮਸ਼ੀਨ ਵੀ ਕਾਮਯਾਬ ਹੋ ਗਈ ਹੈ ਨਾ ਜੀ, ਤੇ ਸਾਰਾ ਕੁਝ ਹੋ ਗਿਆ। ਹੁਣ ਉਹ ਜਿਹੜਾ ਰਿਕਵਰੀ ਹੈ, ਬੈਂਕ ਨੂੰ ਮੈਂ ਪੈਸਾ ਵਾਪਸ ਕਰਨਾ ਜੀ, ਲੋਨ ਦਾ ਜੋ ਲਿਮਟ ਆ ਉਹ ਮੈਂ ਦੇ ਨਹੀਂ ਪਾ ਰਿਹਾ, ਕਿੰਨੇ ਕਿਉਂਕਿ ਪੈਸੇ ਟੋਟਲ? ਤਕਰੀਬਨ ਮੈਂ 80 ਲੱਖ ਰੁਪਏ ਦਾ ਦੇਣਦਾਰ ਹਾਂ ਜੀ। ਹੁਣ 80 ਲੱਖ ਰੁਪਏ ਮੇਰੇ ਸਿਰ ਕਰਜ਼ਾ ਹੈ ਜਿਹੜਾ ਮੈਂ ਦੇਣਾ। ਉਹ ਕੁਝ ਬੈਂਕਾਂ ਦਾ ਹੈਗਾ ਜੀ, ਕੁਝ ਆੜ੍ਹਤੀਏ ਦਾ, ਕੋਈ ਰਿਸ਼ਤੇਦਾਰਾਂ ਕੋਲ, ਕਿਉਂਕਿ ਹੁਣ ਮੈਂ ਬੈਂਕਾਂ ਨੂੰ ਅੱਗੇ ਪਿੱਛੇ ਜੇ ਬੈਂਕ ਤੋਂ ਮੈਂ ਫਾਲਟਰ ਹੋ ਗਿਆ ਜੀ, ਮੇਰੀ ਕੁਰਕੀ ਦੇ ਆਰਡਰ ਉਹਨਾਂ ਨੇ ਕੱਢ ਦਿੱਤੇ, ਤਾਂ ਉਹਨੂੰ ਮੈਂ ਰੈਗੂਲਰ ਕਰਾਉਣ ਵਾਸਤੇ ਮੈਂ 4 ਕਨਾਲਾਂ ਜ਼ਮੀਨ ਵੇਚਤੀ ਇੱਥੋਂ ਜੀ। ਅੱਛਾ ਜੀ। ਤੇ ਉਹ ਰੈਗੂਲਰ ਬੈਂਕਾਂ ਨੂੰ ਫਿਰ ਦੋਵਾਂ ਨੂੰ ਮੈਂ ਪੈਸੇ ਵੀ ਵਿਆਜ ਵੀ ਦਿੱਤਾ ਔਰ ਕਿਸ਼ਤਾਂ ਵੀ ਦਿੱਤੀਆਂ, ਰੈਗੂਲਰ ਹੋ ਗਏ। ਨਹੀਂ ਤਾਂ ਫਾਲਟਰ ਸੀ, ਮੈਂ NP ਅਕਾਊਂਟ ਸੀਗੇ, ਤੇ ਮੇਰੀ ਕੁਰਕੀ ਤਾਂ ਹੋਣੀ ਸੀਗੀ, ਤੇ ਉਹਨਾਂ ਨੇ ਸੇਲ ਕਰਕੇ ਤੇ ਆਪਦੇ ਪੈਸੇ ਵੱਟ ਜਾਣੇ ਸੀ, ਤੇ ਮੈਂ ਘਰੋਂ ਬੇਘਰ ਹੋ ਜਾਣਾ ਸੀ। ਫਿਰ ਹੁਣ ਜਿਹੜੇ ਮਤਲਬ ਐਕਸਟਰਾ ਪੈਸੇ ਨੇ ਉਹ ਬੈਂਕਾਂ ਨੂੰ ਮੈਂ ਫੜ ਦੜ ਕੇ ਰਿਸ਼ਤੇਦਾਰਾਂ ਤੋਂ, ਆੜ੍ਹਤੀਆਂ ਤੋਂ, ਯਾਰਾਂ ਦੋਸਤਾਂ ਤੋਂ ਫੜ ਕੇ ਬੈਂਕਾਂ ਨੂੰ ਵਿਆਜ ਦੇ ਰਿਹਾ, ਤਾਂ ਕਿ ਕਿਉਂਕਿ ਮੇਰੀ ਜ਼ਮੀਨ ਵੀ ਬੈਂਕ ਕੋਲ ਰੱਖੀ ਹੋਈ ਆ, ਔਰ ਘਰ ਵਾਲਾ ਜਿਹੜਾ ਪਲਾਟ ਆ ਜਿੱਥੇ ਮੇਰੀ ਵਰਕਸ਼ਾਪ ਆ ਉੱਥੇ ਮੇਰਾ ਘਰ ਆ, ਉਹ ਵੀ ਬੈਂਕ ਕੋ ਆ। ਤੇ ਜੇ ਮੈਂ ਬੈਂਕਾਂ ਦਾ ਫਾਲਟਰ ਹੋ ਜਾਂਦਾ ਤਾਂ ਫਿਰ ਮੇਰਾ ਬੈਂਕਾਂ ਕੋਲ ਸਾਰਾ ਕੁਝ ਹੀ ਜਾਂਦਾ, ਤੇ ਮੈਂ ਘਰੋਂ ਬੇਕਾਰ ਹੋ ਗਿਆ, ਨਾ ਮੇਰਾ ਘਰ ਰਿਹਾ ਨਾ ਬਾਹਰ ਰਿਹਾ। ਲਗਾਤਾਰ ਤਸਵੀਰਾਂ ਦਰਸ਼ਕੋ, ਜਿੱਥੇ ਆਪਾਂ ਕਹਿੰਦੇ ਆ ਕਿ ਸਾਡੇ ਦੇਸ਼ ਦੇ ਵਾਸੀ ਜਿਹੜੇ ਨੇ, ਪੰਜਾਬ ਵਾਸੀ ਨੇ, ਜੇਕਰ ਦੇਸ਼ ਪ੍ਰਤੀ, ਸਾਡੇ ਪੰਜਾਬ ਪ੍ਰਤੀ ਕੁਝ ਕਰਨ ਦੀ ਚਾਹਤ ਰੱਖਦੇ ਨੇ ਤਾਂ ਕਿਸ ਤਰ੍ਹਾਂ ਦੇ ਨਾਲ ਸਾਡੀਆਂ ਸਰਕਾਰਾਂ ਪੇਸ਼ ਆਉਂਦੀਆਂ ਨੇ, ਤੁਹਾਨੂੰ ਅਸੀਂ ਹਕੀਕਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਇਹ ਤਸਵੀਰਾਂ ਥੋੜ੍ਹੀਆਂ ਜਿਹੀਆਂ ਦਰਦ ਭਰੀਆਂ ਨੇ। ਬੰਦਾ ਸੋਚਦਾ ਹੈ ਕਿ ਮੈਂ ਜੇਕਰ ਆਪਣੇ ਕਿਸਾਨ ਵੀਰਾਂ ਦੇ ਲਈ ਸਰਕਾਰਾਂ, ਮੈਂ ਦੁਬਾਰਾ ਫਿਰ ਰਿਪੀਟ ਕਰ ਰਿਹਾ ਇਸ ਗੱਲ ਨੂੰ, ਕਿ ਸਰਕਾਰਾਂ ਅਸਮਰੱਥ ਰਹੀਆਂ ਨੇ, ਕਈ ਦਹਾਕਿਆਂ ਤੋਂ ਢੁਕਵਾਂ ਹੱਲ ਕਿਸਾਨਾਂ ਨੂੰ ਨਹੀਂ ਦੇ ਸਕਿਆ ਸਰਕਾਰਾਂ, ਕਿ ਕਿਸ ਤਰ੍ਹਾਂ ਦੇ ਨਾਲ ਪਰਾਲੀ ਦੀ ਸਾਂਭ ਸੰਭਾਲ ਕਰਨੀ ਹੈ। ਪਰ ਜੇਕਰ ਇੱਕ ਛੋਟੇ ਜਿਹੇ ਪਿੰਡ ਦਾ ਕਿਸਾਨ ਬੀੜਾ ਚੁੱਕਦਾ ਹੈ ਕਿ ਪਰਾਲੀ ਨੂੰ ਸਾਂਭ ਸੰਭਾਲ ਕਰਨ ਦੇ ਲਈ ਦਿਨ ਰਾਤ ਇੱਕ ਕਰਦਾ ਹੈ, ਸਾਲਾਂ ਬੰਦੀ, ਜੋ ਉਹਦੇ ਕੋਲ ਜਮ੍ਹਾਂ ਪੂੰਜੀ ਤਾਂ ਕਿਸਾਨ 4 ਕਿੱਲਿਆਂ ਵਾਲੇ ਕੋਲ ਕਿੰਨੀ ਕੁ ਹੁੰਦੀ ਹੈ ਅਸੀਂ ਸਾਰੇ ਜਾਣਦੇ ਹਾਂ, ਫੜ ਤੜ ਕੇ ਜੇਕਰ ਪੈਸੇ ਲਾ ਕੇ ਇਨਵੈਸਟ ਕਰਦਾ ਹੈ, ਦਿਨ ਰਾਤ ਇੱਕ ਕਰਦਾ, ਇੱਕ ਮਸ਼ੀਨ ਇੱਦਾਂ ਦੀ ਤਿਆਰ ਕਰ ਲੈਂਦਾ ਹੈ ਕਿ ਜਿਸ ਮਸ਼ੀਨ ਦੇ ਨਾਲ ਪੂਰੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਪਰਾਲੀ ਦੀ ਸਮੱਸਿਆ ਤੋਂ ਬਾਹਰ ਆ ਸਕਦੇ ਨੇ, ਪਰਾਲੀ ਸਾੜਨ ਦੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਅੱਜ ਉਸ ਕਿਸਾਨ ਦੇ ਕੀ ਹਾਲਾਤ ਨੇ, ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਵੱਧ ਤੋਂ ਵੱਧ ਬੇਨਤੀ ਇਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੱਕ ਇਹ ਤਸਵੀਰਾਂ ਜ਼ਰੂਰ ਪਹੁੰਚਾਇਓ, ਤਾਂ ਜੋ ਜੇਕਰ ਕਿਸੇ ਕਿਸਾਨ ਨੇ ਇਸ ਤਰ੍ਹਾਂ ਦਾ ਬੀੜਾ ਚੁੱਕਿਆ ਹੈ ਕਿ ਕੋਈ ਹੱਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਦੂਸਰੇ ਲੋਕਾਂ, ਜੋ ਸਰਕਾਰਾਂ ਕੋਲੋਂ ਹੱਲ ਨਹੀਂ ਨਿਕਲਿਆ, ਬਹੁਤ ਵੱਡੇ ਵੱਡੇ ਇੰਜੀਨੀਅਰ ਸਰਕਾਰਾਂ ਕੋਲ ਬੈਠੇ ਨੇ, ਬਹੁਤ ਵੱਡੇ ਵੱਡੇ ਸਲਾਹਕਾਰ ਬੈਠੇ ਨੇ, ਪਰ ਇੱਕ ਪਿੰਡ ਦੇ ਕਿਸਾਨ ਨੇ ਕਰ ਦਿਖਾਇਆ ਹੈ ਔਰ ਕਾਮਯਾਬ ਮਸ਼ੀਨ ਜਿਹੜੀ ਹੈ ਉਹ ਤਿਆਰ ਕੀਤੀ ਹੈ, ਪਰ ਫਿਰ ਵੀ ਉਹਦਾ ਸਰਕਾਰਾਂ ਮੁੱਲ ਨਹੀਂ ਪਾ ਰਹੀਆਂ। ਸਰਕਾਰਾਂ ਨੂੰ ਬਾਂਹ ਫੜਨ ਦੀ ਲੋੜ ਹੈ। ਭਾਜੀ, ਜੇਕਰ ਇਸ ਮਸ਼ੀਨ ਦੀ ਗੱਲ ਕੀਤੀ ਜਾਵੇ, ਕਿਸਾਨ ਕਿਸੇ ਨੇ ਖਰੀਦਣੀ ਹੋਵੇ ਤਾਂ ਕਿੰਨਾ ਕੁ ਰੇਟ ਹੈਗਾ? ਇਹ 5 ਲੱਖ ਰੁਪਇਆ ਰੇਟ ਆ ਜੀ। ਤੇ ਇਹਦੇ ਵਿੱਚ ਤਕਰੀਬਨ ਹੀ ਸਾਨੂੰ ਇੰਨੇ ਕੁ ਖਰਚੇ ਦੇ ਵਿੱਚ ਤਿਆਰ ਹੁੰਦੀ ਹੈ, ਅਸੀਂ ਇੰਨੇ ਖਰਚੇ ਦੇ ਵਿੱਚ ਹੀ ਦੇਣ ਨੂੰ ਤਿਆਰ ਆ, ਕਿਉਂਕਿ ਕਿਸਾਨ ਵੀ ਸੌਖਾ ਖਰੀਦ ਲੈ ਤੇ ਸਾਡਾ ਵੀ ਕੰਮ ਚੱਲਦਾ ਰਹੇ। ਪਰ ਨਹੀਂ, ਕਿਸਾਨ ਕਹਿੰਦਾ ਵੀ ਮੈਂ ਸਬਸਿਡੀ ਤੋਂ ਬਗੈਰ ਜੰਤਰ ਖਰੀਦਣਾ ਹੀ ਨਹੀਂ, ਚਾਹੇ ਕਾਮਯਾਬ ਹੈ ਚਾਹੇ ਨਹੀਂ ਕਾਮਯਾਬ, ਸਾਡੇ ਕੋਲ ਜੋ ਆਣ ਕੇ ਉਹ ਕਹਿੰਦੇ ਨੇ। ਤੇ ਸਾਨੂੰ ਤਾਂ ਸਬਸਿਡੀ, ਥੋੜ੍ਹਾ ਜਿਹਾ ਕਿਸਾਨ ਦਾ ਵੀ ਫਰਜ਼ ਬਣਦਾ ਵੀ ਪਹਿਲਾਂ ਮੈਂ ਜੰਤਰ ਨੂੰ ਦੇਖਾਂ, ਜੰਤਰ ਸਹੀ ਵਰਕ ਕਰ ਰਿਹਾ, ਜਿਹੜੀ ਮੇਰੀ ਲੋੜ ਆ ਪੂਰੀ ਕਰ ਰਿਹਾ, ਤੇ ਤਾਂ ਮੈਂ ਖਰੀਦਾਂ। ਪਰ ਨਹੀਂ, ਕਿਸਾਨ ਵੀ ਕਹਿੰਦੇ ਨੇ ਸਬਸਿਡੀ ਵਾਲਾ ਖਰੀਦਣਾ, ਚੱਲੇ ਤੇ ਨਾ ਚੱਲੇ। ਤੇ ਸਾਡੇ ਕੋਲ, ਮੈਂ ਕਹਿੰਦੇ ਵੀ ਤੁਸੀਂ ਪਹਿਲਾਂ ਮਸ਼ੀਨ ਦੀ ਗੱਲ ਕਰੋ, ਸਾਡੇ ਕੋਲ ਮਸ਼ੀਨ ਦੇਖੋ ਕਿਸ ਤਰ੍ਹਾਂ ਵਰਕ ਕਰਦੀ ਹੈ, ਚੱਲਦੀ ਹੈ, ਸਾਰਾ ਕੁਝ ਉਹਦਾ ਅਸੀਂ ਤੁਹਾਨੂੰ ਡੈਮੋ ਦੇਣ ਨੂੰ ਤਿਆਰ ਆ। ਦੇਖੋ, ਤੁਹਾਡੇ ਕੰਮ ਦੀ ਤੇ ਲੈ ਲਓ, ਨਹੀਂ ਕੰਮ ਦੀ ਨਾ, ਪਰ ਤੁਸੀਂ ਗੱਲ ਹੀ ਆਣ ਕੇ ਪਹਿਲਾਂ ਸਬਸਿਡੀ ਦੀ ਸਾਡੇ ਕੋਲ ਕਰਦੇ ਹੋ। ਤਾਂ ਉਹ ਜਿਹੜੀਆਂ, ਜਾਂ ਤਾਂ ਸਬਸਿਡੀ ਦੇਵੇ ਹੀ ਨਾ ਸਰਕਾਰ ਕਿਸੇ ਨੂੰ ਵੀ, ਬਿਲਕੁਲ ਹੀ ਬੰਦ ਕਰ ਦੇਣ, ਤੇ ਜੇ ਦੇਣੀ ਆ ਫਿਰ ਸਾਰੇ ਸਾਨੂੰ ਵੀ ਦੇਵੇ, ਸਾਡਾ ਵੀ ਕੰਮ ਚੱਲ ਜਾਏ। ਤੇ ਇਹੀ ਰਿਕੁਐਸਟ ਆ ਸਰਕਾਰਾਂ ਨੂੰ, CM ਚੰਨੀ ਸਾਹਿਬ ਨੂੰ, ਵੀ ਚਲੋ ਸਾਡੀ ਵੀ ਬਾਂਹ ਫੜੀ ਜਾਵੇ। ਅਸੀਂ ਅੱਜ ਜਿੱਥੇ ਬਰਬਾਦੀ ਤੇ ਆ, ਜ਼ੀਰੋ ਤੇ ਆ, ਤੇ ਅਸੀਂ ਵੀ ਕਾਮਯਾਬ ਹੋ ਸਕੀਏ, ਅਸੀਂ ਵੀ ਦੇਸ਼ ਦੀ ਸੇਵਾ ਕਰ ਸਕੀਏ, ਦੇਸ਼ ਵਾਸਤੇ ਕੁਝ ਕਰ ਸਕੀਏ। ਸਾਡੇ ਕੋਲ ਵੀ, ਮੇਰੀ ਵੀ ਇਹ ਚਾਹਨਾ ਹੈਗੀ ਹੈ। ਪੂਰੇ ਦੇਸ਼ ਦੇ ਵਿੱਚ ਕੋਈ ਇਨਸਾਨ ਨਹੀਂ ਕਰ ਸਕਿਆ, ਤਾਂ ਜੇਕਰ ਸਰਕਾਰ ਬਾਂਹ ਫੜਦੀ ਹੈ ਤਾਂ ਹੋਰ ਵੀ ਕਈ ਪ੍ਰਕਾਰ ਦੇ ਔਜ਼ਾਰ ਤਿਆਰ ਕਰ ਸਕਦਾ। ਹਾਂਜੀ, ਟੈਕਨੀਕਲ ਬਾਰੇ ਜਿੱਦਾਂ ਦਾ ਵੀ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੈਗੀ ਆ, ਜਿੱਦਾਂ ਟੈਕਨੀਕਲ ਇਹ ਹੋ ਗਿਆ, ਮਤਲਬ ਲੋਹੇ ਦਾ ਕੰਮ ਹੋ ਗਿਆ, ਕੋਈ ਵੀ ਔਜ਼ਾਰ ਖੇਤੀਬਾੜੀ ਦਾ ਚਾਹੀਦਾ ਹੈਗਾ, ਕਿਸੇ ਤਰ੍ਹਾਂ ਦਾ ਵੀ ਕੰਮ, ਸਾਨੂੰ 20% ਹੀ ਕੋਈ ਆਪਦਾ ਆਈਡੀਆ ਦੇ ਦੇ ਵੀ ਇੱਦਾਂ ਦੀ ਮੈਨੂੰ ਚੀਜ਼ ਚਾਹੀਦੀ ਆ, ਅਸੀਂ ਉੱਦਾਂ ਦੀ ਤਿਆਰ ਕਰਕੇ ਦੇ ਦਾਂਗੇ, ਉਹਦੇ ਆਈਡੀਆ ਨਾਲੋਂ ਵੀ ਵਧੀਆ ਤਿਆਰ ਕਰਕੇ ਦੇ ਦਾਂਗੇ, ਕਿਉਂਕਿ ਟੈਕਨੀਕਲ ਦੇ ਵਿੱਚ ਪੂਰੇ ਕਾਮਯਾਬ ਆ ਔਰ ਪੂਰਾ ਗਿਆਨ ਆ। ਔਰ ਦਰਸ਼ਕੋ, ਅਸੀਂ ਆਪਣਾ ਫਰਜ਼ ਅਦਾ ਕਰਨ ਦੇ ਲਈ ਇਸ ਵੀਰ ਦੇ ਕੋਲ ਪਹੁੰਚੇ ਹਾਂ, ਔਰ ਕਿਸਾਨਾਂ ਦਾ ਮਸਲਾ ਹੱਲ ਕਰਨ ਦੇ ਲਈ, ਕਿਉਂਕਿ ਪਰਾਲੀ ਨੂੰ ਸਾੜਨ ਦਾ ਮੁੱਦਾ
ਜਦੋਂ ਝੋਨੇ ਦੀ ਪਕਾਈ ਹੁੰਦੀ ਹੈ ਤਾਂ ਪਕਾਈ ਹੋਣ ਤੋਂ ਬਾਅਦ ਜਦੋਂ ਕਿਹਾ ਜਾਂਦਾ ਕਿ ਕਿਸਾਨ ਪਰਾਲੀ ਸਾੜਦੇ ਨੇ ਤਾਂ ਕਰਕੇ 에ਅਰ ਕੁਆਲਿਟੀ ਇੰਡੈਕਸ ਜਿਹੜਾ ਹੈ ਉਹ ਮਾੜਾ ਹੋ ਜਾਂਦਾ ਹੈ। ਪੰਜਾਬ ਦੇ ਨਾਲ ਨਾਲ ਦਿੱਲੀ ਦੇ ਲੋਕ ਵੀ ਇਹ ਕਹਿੰਦੇ ਨੇ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੇ ਪਰਾਲੀ ਸਾੜ ਕੇ ਉਹਨਾਂ ਦਾ ਸਾਹ ਲੈਣਾ ਮੁਸ਼ਕਲ ਕਰ ਦਿੱਤਾ ਹੈ। ਅੱਜ ਇਸ ਵੀਰ ਹੱਲ ਲੈ ਕੇ ਆਇਆ ਹੈ, ਵਧੀਆ ਮਸ਼ੀਨ ਤਿਆਰ ਕੀਤੀ ਹੈ, ਪਰ ਗੁਹਾਰ ਲਗਾ ਰਿਹਾ ਸਰਕਾਰ ਤੋਂ ਕਿ ਉਹਦੀ ਬਾਂਹ ਫੜੀ ਜਾਵੇ ਤਾਂ ਜੋ ਹੋਰ ਜਿਹੜਾ ਕਿਸਾਨਾਂ ਤੱਕ ਇਸ ਮਸ਼ੀਨ ਤੱਕ ਕਿਸਾਨਾਂ ਹੋਰ ਜਿਹੜੇ ਕਿਸਾਨ ਨੇ ਦੇਸ਼ ਦੇ ਨਾਲ ਨਾਲ ਪੰਜਾਬ ਹਰਿਆਣਾ ਦੇ ਉਹਨਾਂ ਤੱਕ ਇਸ ਮਸ਼ੀਨ ਨੂੰ ਪਹੁੰਚਾਇਆ ਜਾਵੇ ਔਰ ਪਰਾਲੀ ਨਾ ਸਾੜੀ ਜਾਣ, ਨਾ ਸੜਨ ਕਿਸਾਨ, ਔਰ ਇਹ ਜਿਹੜੀ ਮਸ਼ੀਨ ਖਰੀਦ ਕੇ ਪਰਾਲੀ ਨੂੰ ਵਿੱਚੇ ਵਾਹੀਯੋਗ ਕੀਤਾ ਜਾ ਸਕੇ ਔਰ ਵਧੀਆ ਜਿਹੜੀ ਫਸਲ ਹੈ ਉਹ ਲਈ ਜਾ ਸਕੇ। ਇਹੀ ਅਪੀਲ ਜਿਹੜੀ ਹੈ ਇਹਦੇ ਵੱਲੋਂ ਕੀਤੀ ਗਈ ਹੈ। ਤੁਹਾਨੂੰ ਇਹ ਅਪੀਲ ਹੈ ਕਿ ਵੱਧ ਤੋਂ ਵੱਧ ਤਸਵੀਰਾਂ ਜਿਹੜੀਆਂ ਹੈ ਤੁਸੀਂ ਚੰਨੀ ਸਰਕਾਰ ਤੱਕ ਪਹੁੰਚਾਓ। वीडियो जर्नलिस्ट दविंदर दे नाल अमन चंद, दैनिक सवेरा टीवी, कपूरथला। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, तुरंत संपर्क करो। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ। ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।